ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ। ਕਹਾਣੀ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਦੇਖ ਚੁੱਕੇ ਹੋ, ਬਹੁਤ ਪਹਿਲੂ ਤੁਸੀਂ ਦੇਖ ਚੁੱਕੇ ਹੋ, ਸੁਣ ਚੁੱਕੇ ਹੋ ਇਸ ਪ੍ਰੋਗਰਾਮ ਦੇ ਰਾਹੀਂ। ਲੇਕਿਨ ਅੱਜ ਕਹਾਣੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ, ਤੁਹਾਡੀ ਆਪਣੀ ਜੋਤੀ। ਅੱਜ ਕਹਾਣੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਦੋ ਗੈਸਟ ਜੁੜੇ ਹੋਏ ਆ, ਜਿਹੜੇ ਕਿ ਦੱਸਣਗੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਕੀਤਾ, ਕਿੱਦਾਂ ਕਿਹੜੇ ਮੁਕਾਮ ਤੇ ਵੀ ਉਹ ਵੀ ਹਾਸਲ ਕੀਤਾ ਉਹਨਾਂ ਨੇ ਵੀ, ਜਾਂ ਕਿੱਥੇ ਪਹੁੰਚੇ ਹੈਗੇ ਆ। ਉਹਨਾਂ ਨੇ ਇੱਕ ਗਰੁੱਪ ਕਹਿ ਲਓ, ਇੱਕ ਸੰਸਥਾ ਕਹਿ ਲਓ, ਜਿਹੜੀ ਉਹਨਾਂ ਨੇ ਰਲ ਮਿਲ ਕੇ ਸਹੇਲੀਆਂ ਨੇ ਇਹ ਜਿਹੜੀ ਆ ਚਲਾਈ ਹੈਗੀ ਆ। ਉਹਦੇ ਵਿੱਚੋਂ ਕੀ ਕਰਦੇ ਹੈਗੇ ਆ, ਕੌਣ ਆ ਸਕਦਾ ਆ, ਕੀ ਸਾਰੀਆਂ ਗੱਲਾਂ ਦਾ ਇਹ ਜਵਾਬ ਦੇਣਗੇ ਅੱਜ ਇਸ ਸ਼ੋਅ ਦੇ ਵਿੱਚ, ਕਹਾਣੀ ਜ਼ਿੰਦਗੀ ਦੇ ਵਿੱਚ। ਲੇਕਿਨ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸਾਡੇ ਸੰਤੋਸ਼ ਜੀ ਦਾ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਕੁਲੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੈਲਕਮ ਇੱਕ ਵਾਰੀ ਫੇਰ ਕੁਲੀ ਜੀ, ਤੁਸੀਂ ਦੁਬਾਰਾ ਫੇਰ ਇਹ ਸ਼ੋਅ ਦਾ ਹਿੱਸਾ ਬਣੇ ਹੋ ਤੇ ਬਹੁਤ ਮੈਨੂੰ ਚੰਗਾ ਲੱਗਿਆ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੰਤੋਸ਼ ਐਂਡ ਕੁਲੀ ਇਹ ਅੱਜ ਗੱਲਬਾਤ ਕਰਨਗੇ, ਜਿਹੜਾ ਇਹਨਾਂ ਨੇ ਇੱਕ ਪੰਜਾਬੀ ਕਲਚਰ ਨੂੰ ਲੈ ਕੇ, ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਜਾਂ ਪੰਜਾਬੀ ਪੋਇਟਰੀ ਜਿਹਦੇ ਨਾਲ ਇਹ ਸਾਰੇ ਜੁੜੇ ਹੋਏ ਆ, ਇਹਨਾਂ ਨੇ ਕਿੱਦਾਂ ਇਹ ਗਰੁੱਪ ਬਣਾਇਆ ਹੈਗਾ ਤੇ ਉਹਦੇ ਵਿੱਚ ਕੀ ਕੁਝ ਕਰਦੇ ਆ, ਅੱਜ ਉਹਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਜਾਣਾਂਗੀ ਸਾਡੇ ਸੰਤੋਸ਼ ਜੀ ਕੋਲੋਂ। ਸੰਤੋਸ਼ ਜੀ ਤੁਸੀਂ ਥੋੜਾ ਜਿਹਾ ਮੈਨੂੰ ਦੱਸੋ ਕਿ ਕੀ ਹੈਗਾ ਜਿਹੜਾ ਇੱਕ ਗਰੁੱਪ ਤੁਸੀਂ ਬਣਾਇਆ ਹੈਗਾ ਆ। ਹਾਂਜੀ, ਕੁਝ ਮੇਰੇ ਖਿਆਲ 4 ਸਾਲ ਹੋ ਗਏ ਜੀ, 3-4 ਸਾਲ ਹੋ ਗਏ। ਅਸੀਂ ਦੇਖਿਆ ਕਿ ਕੁਲੀਨ ਮੈਂ ਆਲਰੇਡੀ ਮਿਲਦੇ ਸੀਗੇ ਤੇ ਸਾਡੀ ਰਾਈਟਿੰਗ ਦੇ ਜ਼ਰੀਏ ਕਾਫੀ ਗੱਲਬਾਤ ਚੱਲਦੀ ਰਹਿੰਦੀ ਸੀਗੀ, ਪੋਇਟਰੀ ਜਿਸ ਤਰ੍ਹਾਂ ਅਸੀਂ ਲਿਖਣਾ ਚਾਹੁੰਦੇ ਸੀਗੇ। ਫਿਰ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਆਪਣੇ 2 ਤੋਂ ਇੱਕ ਗਰੁੱਪ ਵਧਾਈਏ ਤੇ ਕਿਉਂ ਨਾ, ਕਿਉਂਕਿ ਇੱਕ ਜੇ ਅਸੀਂ ਏਸ਼ੀਆ ਲੈਂਦੇ ਆ ਨਾ, ਉਹ ਬਹੁਤ ਵਾਸਟ ਹੋ ਜਾਂਦਾ, ਬਹੁਤ ਵੱਡਾ ਬਣ ਜਾਂਦਾ। ਫਿਰ ਕਿਉਂ ਨਾ ਇੱਕ ਛੋਟਾ ਜਿਹਾ ਮਾਨਿਊਟ ਪੰਜਾਬੀ ਤਰੀਕੇ ਨਾਲ ਆਪਾਂ ਆਪਣੀ ਰਾਈਟਿੰਗ ਨੂੰ ਅੱਗੇ ਵਧਾਈਏ, ਆਪਣੀ ਫੀਲਿੰਗਸ ਨੂੰ ਅੱਗੇ ਲੈ ਕੇ ਜਾਈਏ, ਕਿਉਂਕਿ ਸਾਡੇ ਆਪਣੇ ਪੰਜਾਬੀ ਦੇ ਆਪਣੇ ਐਕਸਪੀਰੀਐਂਸਿਸ ਹੁੰਦੇ ਆ। ਸੋ ਇਸ ਕਰਕੇ ਅਸੀਂ ਨਾ ਇੱਕ ਪੰਜਾਬੀ ਵੂਮਨਸ ਰਾਈਟਰਸ ਗਰੁੱਪ ਫਾਰਮਲਾਈਜ਼ ਕੀਤਾ ਬਣਾਇਆ ਹੈਗਾ। ਤੇ ਤੁਸੀਂ ਕੁਲੀ ਜੀ, ਤੁਸੀਂ ਕਿੱਦਾਂ ਮਿਲੇ ਸੀ ਸੰਤੋਸ਼ ਜੀ ਨੂੰ? ਮੈਂ ਇੱਕ ਆਦਤ ਬਣਾਈ ਸੀ ਕਿ ਮੈਨੂੰ ਹੈਲਪ ਚਾਹੀਦੀ, ਕੋਈ ਮੈਨੂੰ ਰੀਡਿੰਗ ਕਰ ਸਕੇ। ਅੱਛਾ ਜੀ। ਤੇ ਮੇਰੇ ਕੋਲ ਕੌਨਫੀਡੈਂਸ ਨਹੀਂ ਹੁੰਦਾ ਸੀ ਪਹਿਲੇ। ਮੈਂ ਫਿਰ ਇਹਨਾਂ ਨੇ ਮੈਨੂੰ ਮਿਲਿਆ, ਇਹਨਾਂ ਨੇ ਰਿਪਲਾਈ ਕੀਤਾ ਕਿ ਮੈਂ ਹੈਲਪ ਕਰਾਂਗੀ। ਫਿਰ ਉੱਥੋਂ ਫਿਰ ਸਾਡੀ ਫਰੈਂਡਸ਼ਿਪ ਜੁੜ ਗਈ। ਤੇ ਜਦੋਂ ਤੁਸੀਂ ਫਸਟ ਟਾਈਮ ਜਦੋਂ ਕੁਲੀ ਨੂੰ ਮਿਲੇ ਹੈਗੇ ਆ, ਤੁਹਾਨੂੰ ਜਿੱਦਾਂ ਆਮ ਆਪਾਂ ਆਪਣੀਆਂ ਸੁਸਾਇਟੀ ਦੇ ਵਿੱਚ ਦੇਖਦੇ ਹੈਗੇ ਆ, ਕਿਸੇ ਦੇ ਕੋਈ ਹੈਲਥ ਕੰਡੀਸ਼ਨਸ ਹੁੰਦੀਆਂ ਜਾਂ ਕੋਈ ਠੀਕ ਨਹੀਂ ਹੁੰਦਾ, ਉਹ ਥੋੜਾ ਪਿੱਛੇ ਹਟ ਜਾਂਦੇ ਆ, ਉਹਨਾਂ ਦਾ ਅੱਗੇ ਨਹੀਂ ਵਧਣਾ ਚਾਹੁੰਦੇ। ਉਹਨਾਂ ਨੂੰ ਇਸ ਗੱਲ ਦਾ ਹੋ ਜਾਂਦਾ ਆ ਕਿ ਮੈਂ ਇਹਦਾ ਹੱਥ ਫੜ ਕੇ ਤੁਰਾਂਗੀ ਜਾਂ ਮੈਂ ਇਹਦੇ ਨਾਲ ਚੱਲਾਂਗੀ ਤੇ ਲੋਕ ਮੈਨੂੰ ਵੀ ਸ਼ਾਇਦ ਉਦਾਂ ਹੀ ਦੇਖਣਗੇ ਜਾਂ ਕਿੱਦਾਂ। ਜਦੋਂ ਤੁਸੀਂ ਕੁਲੀ ਜੀ ਦਾ ਮੈਸੇਜ ਜਦੋਂ ਤੁਹਾਨੂੰ ਆਇਆ, ਤੁਸੀਂ ਇਹਨਾਂ ਨੂੰ ਮਿਲੇ, ਤੇ ਡਿਡ ਯੂ ਫੀਲ ਐਨੀਥਿੰਗ ਲਾਈਕ ਦੈਟ ਵੀ ਮੈਂ ਸੋਚਿਆ ਕੁਝ ਹੋਰ ਸੀ ਪਰ ਇਹਨਾਂ ਕੋਲ ਚਲੋ ਜਿੱਦਾਂ ਵੀ ਹੈਲਥ ਕੰਡੀਸ਼ਨਸ ਹੈਗੀਆਂ ਆ, ਉਹ ਚੀਜ਼ ਤੁਹਾਡੇ ਦਿਮਾਗ ਵਿੱਚ ਆਈ ਸੀ ਜਾਂ ਕਿੱਦਾਂ ਤੁਸੀਂ ਉਹ ਫੀਲਿੰਗਸ ਰੱਖੀਆਂ ਸੀ ਥੋੜ੍ਹੀਆਂ ਜਿਹੀਆਂ? ਹਾਂਜੀ, ਐਕਚੁਅਲੀ ਮੈਂ ਜਦੋਂ ਨਿਊਜ਼ਪੇਪਰ ਵਿੱਚ ਇੱਕ ਐਡਵਰਟਾਈਜ਼ਮੈਂਟ ਆਈ ਕਿ ਇੰਟਰਨੈਸ਼ਨਲ ਵੂਮਨਸ ਗਰੁੱਪ ਵੂਮਨਸ ਡੇ ਹੋਣੇ ਜਾਣਾ ਵਾਲਾ ਹੈ ਤੇ 8 ਮਾਰਚ ਵਿੱਚ ਇਹ ਖੁੱਲੀ ਖੋਲੀ ਆਪਣੀ ਪੋਇਟਰੀ ਸ਼ੇਅਰ ਕਰਨਾ ਚਾਹੁੰਦੀ ਹੈ, ਪੜ੍ਹਨਾ ਚਾਹੁੰਦੀ ਹੈ ਤੇ ਉਹਨੂੰ ਕਿਸੇ ਦੀ ਆਵਾਜ਼ ਚਾਹੀਦੀ ਹੈ, ਪੋਇਟਰੀ ਚਾਹੀਦੀ ਹੈ। ਐਂਡ ਮੈਂ ਆਲਰੇਡੀ ਬਹੁਤ ਹੀ ਇੰਟਰਸਟਿਡ ਸੀਗੀ। ਫॉर द ਪਾਸਟ 30 years ਮੋਸਟਲੀ ਮੇਰਾ ਕੰਮ ਹੀ ਸੀਗਾ ਵਲਨਰੇਬਲ ਗਰੁੱਪਸ ਦੇ ਸਰਵਿਸਿਜ਼ ਵਿੱਚ ਕੰਮ ਕਰਨਾ। ਐਂਡ ਫਿਰ ਮੈਂ ਐਡਵਰਟਾਈਜ਼ ਨੂੰ ਰਿਸਪੌਂਸ ਕੀਤਾ ਕਿ ਮੈਂ ਤਿਆਰ ਹਾਂ, ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਹੈਲਪ ਕਰਾਂ ਤੇ ਤੁਹਾਨੂੰ ਆਪਣੀ ਆਵਾਜ਼ ਦੇਵਾਂ। ਤੇ ਅਸੀਂ ਮਿਲੇ, ਬਟ ਇੰਟਰਸਟਿੰਗਲੀ ਕੀ ਹੋਇਆ, ਜਦੋਂ ਅਸੀਂ ਮਿਲੇ ਅਸੀਂ ਪੁੱਛਿਆ ਕਿ ਕਿੱਥੇ ਰਹਿੰਦੇ ਆ ਜਾਂ ਕਿੱਥੇ ਕੰਮ ਕਰਦੇ ਆ। ਅਸੀਂ ਸੇਮ ਬਿਲਡਿੰਗ ਵਿੱਚ ਕੰਮ ਕਰਦੇ ਸੀਗੇ। ਮੈਂ ਉੱਪਰ 3rd ਫਲੋਰ ਸੀ ਤੇ ਕਦੀ ਦੇਖੋ ਹਾਂਜੀ ਗਰਾਊਂਡ ਫਲੋਰ ਵਿੱਚ ਸੀਗੇ। ਸੋ ਦਿਸ ਇਜ਼ ਹਾਊ ਤੁਸੀਂ ਦੋਨੇ ਜਣੇ ਆਪਸ ਚ ਮਿਲੇ ਹੈਗੇ, ਜਿੱਥੋਂ ਤੁਹਾਡੀ ਜਰਨੀ ਸਟਾਰਟ ਹੋਈ ਆ। ਤੇ ਫਿਰ ਤੁਸੀਂ ਜਦੋਂ ਮਤਲਬ ਕੁਲੀ ਚ ਲਿਖਦੇ ਹੁੰਦੇ ਸੀ, ਕਰਦੇ ਸੀ, ਤੁਸੀਂ ਉਹਨਾਂ ਨੂੰ ਆਪਣੀ ਆਵਾਜ਼ ਦਿੱਤੀ ਆ, ਤੇ ਤੁਹਾਨੂੰ ਕਿੱਦਾਂ ਲੱਗਦਾ ਸੀ ਵੀ ਤੁਸੀਂ ਕਿਸੇ ਹੋਰ ਦਾ ਲਿਖਿਆ ਹੋਇਆ ਤੁਸੀਂ ਪੜ੍ਹ ਰਹੇ ਹੋ?
ਕਿਉਂਕਿ ਖੁਲੀ ਦੀ ਆਪਣੀ ਸਟੋਰੀ ਬਹੁਤ ਅਲੱਗ ਆ Yeah. ਯੂ نو ਇਹਨਾਂ ਦੀ ਡਿਸੇਬਿਲਿਟੀ ਸੈਰਬਰਲ ਪਾਲਸੀ Yes. ਹੈਗੀ ਆ Yeah. ਐਂਡ ਉਹ ਦੇਖ ਕੇ ਮੈਂ ਜਦੋਂ ਰਾਈਟਿੰਗ Yeah. ਨੂੰ ਨਜ਼ਰ ਦੇਖੀ ਤੇ ਰਾਈਟਿੰਗ ਦੇ ਇਮੋਸ਼ਨਸ ਨੂੰ ਦੇਖਿਆ Yeah. ਐਂਡ that sort of surprised me Yeah. ਕਿ ਇਹ ਕਿੰਨਾ in depth ਆਪਣੇ experiences Yeah. ਦਾ ਜ਼ਿਕਰ ਕਰ ਸਕਦੇ ਆ ਆਪਣੀ ਰਾਈਟਿੰਗ ਵਿੱਚ Yeah. and I said to Khuli ਫਿਰ Yeah. ਇੱਕ ਦਿਨ ਅਸੀਂ ਲੰਚ ਤੇ ਗਏ ਕਿ ਕਿੱਦਾਂ ਤੁਸੀਂ ਆਪਣੇ ਇਮੋਸ਼ਨਸ Yeah. ਐਕਸਪ੍ਰੈਸ ਕਰ ਸਕਦੇ ਆ ਉਹ ਵੀ ਕਿਉਂਕਿ ਥਿੰਗ ਇਸ ਪੋਇਟਰੀ ਵਿੱਚ ਤੁਸੀਂ ਇੱਕ ਕਹਾਣੀ ਤਰ੍ਹਾਂ ਨਹੀਂ ਲਿਖਦੇ Yes, ਹੈਗੇ yeah. ਤੁਸੀਂ ਇੱਕ ਸੈਕਸਿੰਕਟ ਕੰਸਾਈਜ਼ That's ਲਿਖਣਾ ਆ right, yes. ਸੋ ਦੈਟ ਕਿ To explain, ਜਿਹੜਾ ਪੜਨ ਵਾਲੇ ਨੂੰ ਵੀ ਉਹ ਚੀਜ਼ ਫੀਲ ਹੋਵੇ ਕਿੱਦਾਂ ਹੈਗਾ, ਲਿਸਨਰਸ ਨੂੰ ਵੀ ਸਮਝ ਆਵੇ। ਲੱਗੇ। ਬਹੁਤ ਹੀ ਜਿਹੜੀ ਇੱਕ ਗੱਲ ਕਹੀ ਹੈਗੀ ਸੰਤੋਸ਼ ਨੇ ਹੁਣੇ, ਕਿਉਂਕਿ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਬਿਕਾਜ਼ ਲਿਖਣ ਵਾਲਾ ਤਾਂ ਆਪਣੇ ਇਮੋਸ਼ਨਸ ਪਾ ਦਿੰਦਾ, ਕੋਈ ਚੀਜ਼ ਲਿਖਦਾ ਹੈਗਾ ਆ, ਉਹਨਾਂ ਨੂੰ ਪਤਾ ਹੁੰਦਾ ਵੀ ਆਪਣੀ ਕਲਮ ਦੇ ਨਾਲ ਕੀ ਲਿਖ ਰਹੇ ਆ, ਆਪਣੇ ਦਿਲ ਦੀਆਂ ਗੱਲਾਂ, ਆਪਣੇ ਦਿਲ ਦੇ ਜਜ਼ਬਾਤ ਜਿਹੜੇ ਸਾਰੇ ਉਹ ਕਲਮ ਦੇ ਰਾਹੀਂ ਉਹ ਲਿਖ ਦਿੰਦੇ ਆ। ਲੇਕਿਨ ਇੱਕ ਪੜਨ ਵਾਲੇ ਵਾਸਤੇ ਵੀ ਬਹੁਤ ਜ਼ਰੂਰੀ ਹੁੰਦਾ ਕਿ ਉਹ ਉਸ ਇਮੋਸ਼ਨਸ ਦੇ ਨਾਲ, ਉਸ ਫੀਲਿੰਗਸ ਦੇ ਨਾਲ ਉਹ ਚੀਜ਼ ਨੂੰ ਸਮਝਦੇ ਆ ਜਾਂ ਨਹੀਂ ਸਮਝਦੇ। ਜਿੱਦਾਂ ਕਿ ਸੰਤੋਸ਼, ਆਈ ਥਿੰਕ ਤੁਸੀਂ ਇੱਕ ਬਹੁਤ ਹੀ, ਮੇਰਾ ਖਿਆਲ ਕੁਲਦੀਪ ਜੀ ਲਈ, ਇਹਨਾਂ ਲਈ ਬਹੁਤ ਹੀ ਇੱਕ ਵੱਡਾ ਤੁਹਾਨੂੰ ਸਾਥ ਮਿਲਿਆ ਹੈਗਾ ਵੀ ਜੋ ਤੁਹਾਡੀਆਂ ਫੀਲਿੰਗਸ ਸੀਗੀਆਂ ਤੁਸੀਂ ਲਿਖੀਆਂ ਹੈਗੀਆਂ ਆ ਤੇ ਉਹ ਤੁਸੀਂ ਵੀ ਸਮਝ ਸਕੇ ਆ ਤੇ ਤੁਸੀਂ ਪੜ੍ਹ ਕੇ ਦੂਜਿਆਂ ਨੂੰ ਵੀ ਉਹ ਸਮਝਾ ਸਕੇ ਹੈਗੇ ਆ। ਕਿਉਂਕਿ ਜਦੋਂ ਆਪਾਂ ਦੇਖਦੇ ਹੈਗੇ ਕਿਸੇ ਕੋ ਕੋਈ ਹੈਲਥ ਕੰਡੀਸ਼ਨਸ ਹੁੰਦੀਆਂ ਜਾਂ ਕੁਛ ਆ, ਅਸੀਂ ਆਮ ਬੰਦੇ ਸੋਚ ਦਿੰਦੇ ਆ ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕੁਛ ਨਹੀਂ ਪਤਾ, ਆਪਾਂ ਇਗਨੋਰ ਕਰਦੇ ਆ। ਜਿਹੜੀ ਸਾਡੀ ਸੁਸਾਇਟੀ ਆ ਇਗਨੋਰ ਕਰਦੀ ਹੈਗੀ ਆ, ਉਹ ਇਹ ਨਹੀਂ ਸੋਚਦੇ ਹੈਗੇ ਵੀ ਇਹ ਲੋਕਾਂ ਕੋ ਵੀ, ਮਤਲਬ ਲੋਕ ਇਹ ਕਹਿਣਾ ਵੀ ਮੇਰੇ ਵਾਸਤੇ ਗਲਤ ਗੱਲ ਹੈਗੀ ਵੀ ਇਹਨਾਂ ਕੋ ਵੀ ਉਹ ਫੀਲਿੰਗਸ ਹੈ, ਉਹ ਦਿਲ ਹੈਗਾ, ਉਹ ਸੋਚ ਹੈਗੀ ਆ ਵੀ ਜੋ ਉਹ ਸੋਚ ਆਪਣੀ ਫੀਲਿੰਗਸ ਉਹ ਆਪਣੇ ਬੁੱਕ ਵਿੱਚ ਲਿਖਦੇ ਸੀਗੇ ਤੇ ਕਰਦੇ ਸੀ। ਤੇ ਤੁਹਾਨੂੰ ਕਿੱਦਾਂ, ਤੁਸੀਂ ਕਿੱਦਾਂ ਕੁਲੀ, ਤੁਸੀਂ ਕਿੱਦਾਂ ਸੋਚਿਆ ਵੀ ਮੈਂ ਜੋ ਹੈਗਾ ਮੈਂ ਕਹਿਣਾ ਚਾਹੁੰਦੀ ਉਹ ਲਿਖਣਾ ਚਾਹੁੰਦੀ ਆ ਵੀ ਮੈਨੂੰ ਕੋਈ ਆਵਾਜ਼ ਚਾਹੀਦੀ ਹੈਗੀ ਆ, ਵੀ ਤੁਸੀਂ ਇਹਨਾਂ ਦੇ ਆਵਾਜ਼ ਨੂੰ ਤੁਸੀਂ ਯੂਜ਼ ਕੀਤਾ ਹੈਗਾ ਆ, ਫਿਰ ਅੱਗੇ ਉਹ ਚੀਜ਼ ਨੂੰ ਤੁਸੀਂ ਲੈ ਕੇ ਗਏ ਹੈਗੇ ਆ? ਮੈਂ ਸੋਚਿਆ ਹੀ ਮੈਨੂੰ ਹੈਲਪ ਚਾਹੀਦੀ ਹੈ, ਮੇਰੇ ਕੋਲ ਆਪਣੀ ਕੌਨਫੀਡੈਂਸ ਨਹੀਂ ਹੈਗਾ। ਯੈਸ, ਵੀ ਮੈਂ ਬੋਲ ਨਹੀਂ ਸਕਦੀ। ਹਾਂ, ਮੇਰੇ ਕਈ ਫਰੈਂਡ ਸੀ ਕਿ ਮੇਰੇ ਉੱਤੇ ਕਰਦੇ ਹੁੰਦੇ ਸੀ, ਪਰ ਆਵਾਜ਼ ਨਹੀਂ ਕੋਈ ਬਣਿਆ ਤੁਹਾਡੇ ਵਾਸਤੇ। ਫਿਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਹੈਲਪ ਕਰ ਸਕਦੇ ਹੋ, ਪੱਕਾ 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 ਹੈਲਪ ਦੇ। That's so sweet. That's so nice. So ਸੰਤੋਸ਼, ਫਿਰ ਤੁਸੀਂ ਜਦੋਂ ਕੁਲੀ ਮਿਲੇ, ਤੁਸੀਂ ਦੋਨਾਂ ਜਾਣਿਆਂ ਨੇ ਤੁਹਾਡਾ ਇੱਕ ਚਲੋ ਬੌਂਡ ਬਣ ਗਿਆ, ਇੱਕ ਰਿਸ਼ਤਾ ਵੀ ਬਣਿਆ ਹੈਗਾ ਆ, which is I can see that ਤੁਹਾਡੀ ਤੇ ਫਿਰ ਤੁਸੀਂ ਕਿੱਦਾਂ ਡਿਸਾਈਡ ਕੀਤਾ ਵੀ ਅਸੀਂ ਇੱਕ ਗਰੁੱਪ ਬਣਾਉਣਾ ਹੈਗਾ ਜਾਂ ਕਿੱਦਾਂ ਹੈਗਾ ਉਹ, ਤੇ ਗਰੁੱਪ ਦੇ ਵਿੱਚ ਕੌਣ ਆਂਦਾ ਹੈ, ਕਿੱਦਾਂ, ਉਹਦੇ ਬਾਰੇ ਥੋੜਾ ਜਿਹਾ ਮੈਨੂੰ ਦੱਸੋ। I think ਮੈਂ ਖੁਦ ਇੰਸਪੀਰੇਸ਼ਨ ਮਿਲੀ ਮੈਨੂੰ ਕੁਲਦੀਪ ਦੀ ਰਾਈਟਿੰਗ ਦੇ ਵਿੱਚੋਂ। ਐਂਡ ਮੈਂ ਇੱਕ ਦਿਨ ਕਿਹਾ, ਕੁਲਦੀਪ ਆਈ ਵਿਸ਼ ਕਿ ਮੈਂ ਵੀ ਕੁਝ ਲਾਈਨਾਂ ਲਿਖ ਸਕਾਂ ਜਿਸ ਤਰ੍ਹਾਂ ਤੁਸੀਂ ਫਾਰਮੂਲੇਟ ਕਰਦੇ ਆ ਫਰੇਜ਼ਸ ਐਂਡ ਵਰਸਿਸ ਜੋ ਲਿਖਦੇ ਆ। ਐਂਡ ਇਹ ਕਹਿੰਦੇ ਕਿ ਕਿਉਂ ਨਹੀਂ, ਜੇ ਮੈਂ ਕਰ ਸਕਦੀ ਹਾਂ ਵਾਈ ਨਾਟ ਯੂ, ਤੇ ਤੁਸੀਂ ਕੋਈ ਵੀ ਕਰ ਸਕਦਾ ਆ। ਮੈਂ ਇੰਨੀਆਂ ਮੁਸ਼ਕਲਾਂ ਵਿੱਚ ਗੁਜ਼ਰ ਕੇ ਲਿਖਦੀ ਆ ਤੇ ਤੁਸੀਂ ਵੀ ਕਰ ਸਕਦੇ ਆ। ਸੋ ਮੈਂ ਫਿਰ ਕੁਝ ਲਿਖਿਆ ਤੇ ਇਹਨਾਂ ਨੇ ਦੇਖਿਆ ਤੇ ਇਹਨਾਂ ਨੇ ਹੋਰ ਮੈਨੂੰ ਸਮਝਾਇਆ ਕਿ ਕਿੱਦਾਂ ਮਾਈਨਿਊਟਲੀ ਉਹ ਕਰਨਾ ਹੈਗਾ ਆ। ਐਂਡ ਜਦੋਂ ਏਦਾਂ ਹੌਲੀ ਹੌਲੀ ਲਿਖਣਾ ਸ਼ੁਰੂ ਮੈਂ ਕੀਤਾ, ਫਿਰ ਇੱਕ ਆਈਡੀਆ ਆਇਆ ਕਿ ਕਿਉਂ ਨਾ ਆਪਾਂ ਦੋ ਤੋਂ ਥੋੜਾ ਜਿਹਾ ਹੋਰ ਵੱਧ ਜਾਈਏ, ਇੱਕ ਛੋਟਾ ਜਿਹਾ ਗਰੁੱਪ ਬਣਾ ਲਈਏ। ਬਿਕਾਜ਼ ਇੱਕ ਮਾਰਕੀਟ ਆ ਬਾਹਰ, ਏਦਾਂ ਹੈ ਕਿ ਇੰਗਲਿਸ਼ ਵਿੱਚ ਕਿਤਾਬਾਂ ਅਸੀਂ ਸਾਰੇ ਪੜ੍ਹਦੇ ਹਾਂ, ਬਟ ਸਾਡੀ ਜਿਹੜੀ ਆਪਣੀ ਐਕਸਪੀਰੀਐਂਸਿਸ, ਸਟੋਰੀਜ਼ ਐਂਡ ਉਹ ਬਾਹਰ ਨਹੀਂ, ਕਿਸੇ ਨੇ ਲਿਖੀ ਦਿਲ ਵਿੱਚ ਰਹਿ ਜਾਂਦੀਆਂ, ਕਈ ਗੱਲਾਂ ਰਹਿ ਜਾਂਦੀਆਂ ਜਿਹੜੀਆਂ ਆਪਾਂ ਕਿਸੇ ਨਾਲ ਕਰਦੇ ਵੀ ਨਹੀਂ ਹੈਗੇ। ਕਈ ਵਾਰ ਕਿਸੇ ਨੂੰ ਸਮਝਾਉਣਾ ਵੀ ਮੁਸ਼ਕਲ ਹੋ ਜਾਂਦਾ ਆ। ਤੇ ਮੇਰਾ ਖਿਆਲ ਤੁਸੀਂ ਇੱਕ ਐਜ਼ ਅ ਪੋਇਟਰੀ ਉਹਦੇ ਵਿੱਚ ਤੁਸੀਂ ਆਪਣੀ ਸਾਰੀਆਂ ਫੀਲਿੰਗਸ ਸਾਰੇ ਜਣੇ ਨੇ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਜਦੋਂ ਤੁਸੀਂ ਗਰੁੱਪ ਬਣਾ ਲਿਆ, ਜਦੋਂ ਫਿਰ ਤੁਸੀਂ ਕਿੱਦਾਂ ਤੁਹਾਡੇ ਨਾਲ ਜੁੜੇ ਸਾਰੇ ਜਾਣੇ, ਮਤਲਬ ਤੁਸੀਂ ਕੋਈ ਐਡਵਰਟਾਈਜ਼ ਕੀਤੀ ਆ ਜਾਂ ਕਿੱਦਾਂ ਤੁਸੀਂ ਸਾਰਿਆਂ ਨੂੰ ਆਵਾਜ਼ ਦਿੱਤੀ ਆ, ਕਿੱਦਾਂ ਬੁਲਾਇਆ ਤੁਸੀਂ ਸਾਰਿਆਂ ਨੂੰ ਗਰੁੱਪ ਦੇ ਵਿੱਚ? ਥਿੰਗ ਇਜ਼ ਕੋਈ ਵੀ ਰਾਈਟਿੰਗ, ਕੋਈ ਵੀ ਸਕਿੱਲ ਹੋਵੇ, ਉਹ ਲਾਈਕ ਮਾਈਂਡਡ ਪੀਪਲ ਚਾਹੀਦੇ ਆ ਤੁਹਾਨੂੰ, ਜਿਹੜਾ ਉਹਨਾਂ ਨੂੰ ਵੀ ਇੰਨਾ ਹੀ ਇੰਟਰਸਟ ਹੋਵੇ ਲਿਖਣ ਵਿੱਚ। ਪਹਿਲਾਂ ਤਾਂ ਇੰਟਰਸਟ ਹੋਣਾ ਚਾਹੀਦਾ ਹੈ ਨਾ, ਪਤਾ ਹੋਵੇ ਨਾ ਹੋਵੇ ਉਹ ਵੱਖਰੀ ਗੱਲ ਆ, ਕਿਉਂਕਿ ਆਪਾਂ ਕਈ ਚੀਜ਼ਾਂ ਸਿੱਖ ਸਕਦੇ ਹਾਂ। ਤੇ ਏਦਾਂ ਹੀ ਹੌਲੀ ਹੌਲੀ ਇੱਕ ਦੋ ਮੈਂ ਜਾਣਦੀ ਸੀਗੀ, ਇੱਕ ਦੋ
ਕੁਲੀ ਹੁਣੀ ਜਾਂਦੇ ਸੀਗੇ ਫਿਰ ਅਸੀਂ ਬੈਠੇ ਐਂਡ ਦੇਖਿਆ ਕਿ ਇਹ ਪੋਸੀਬਲ ਹੈਗਾ ਆ ਕਿ ਅਸੀਂ ਕਰ ਸਕਦੇ ਹਾਂ ਦੀ ਓਨਲੀ ਥਿੰਗ ਸਾਡੀ ਅਲੱਗ ਚੀਜ਼ ਆ ਕਿ ਹੈਗੀਆਂ ਸਟੋਰੀਆਂ ਸਾਡੀਆਂ ਆਪਣੀਆਂ ਆ ਇਨਸਪਾਇਰਡ ਬਾਈ ਟਰੂ ਇਵੈਂਟਸ ਜੋ ਸਾਡੇ ਨਾਲ ਬੀਤਦੀ ਆ ਬਟ ਅਸੀਂ ਲਿਖਦੇ ਇੰਗਲਿਸ਼ ਵਿੱਚ ਆ ਇੰਗਲਿਸ਼ ਵਿੱਚ ਲਿਖ ਕੇ ਸਾਡੇ ਪੰਜਾਬੀ ਲਫ਼ਜ਼ ਇੱਧਰ ਉੱਧਰ ਹੁੰਦੇ ਆ ਟੂ ਮੇਕ ਇਟ ਮੋਰ ਇਫੈਕਟਿਵ ਤੇ ਅਸੀਂ ਫਿਰ ਉਹ ਤੋਂ ਸ਼ੁਰੂ ਤੇ ਇਹਦੇ ਵਿੱਚ ਜਿਹੜਾ ਗਰੁੱਪ ਹੈਗਾ ਹੁਣ ਤੁਸੀਂ ਜਿਹੜਾ ਕ੍ਰੀਏਟ ਕੀਤਾ ਹੈਗਾ ਆ ਇਹਦੇ ਵਿੱਚ ਸਿਰਫ ਤੁਸੀਂ ਲੇਡੀਜ਼ ਨੂੰ ਹੀ ਕਹਿੰਦੇ ਹੋ ਵੀ ਆਓ ਜਾਂ ਐਨੀਬਾਡੀ ਕੈਨ ਕਮ ਜਿੱਦਾਂ ਮੇਲ ਆ ਗਏ ਜਾਂ ਯੰਗ ਯੂਥ ਆ ਗਿਆ ਆਪਣੇ ਕੋਈ ਵੀ ਆ ਗਿਆ ਜਾਂ ਸਿਰਫ ਤੁਸੀਂ ਇਹ ਲੇਡੀਜ਼ ਨੂੰ ਆਪਣੇ ਗਰੁੱਪ ਵਿੱਚ ਲੈ ਰਹੇ ਹੋ ਹਲੇ Punjabi Women's Writers Group. Okay. Punjabi women. Right. Okay. So clearly it's a women's group. Women's power. Women's group. Yes. वैसे groups ਹੋਰ ਬਣੇ ਆ ਵੂਵਰਹੈਂਪਟਨ ਵਿੱਚ ਤੱਕ ਬਹੁਤ ਇੱਕ ਕਵੀਆਂ ਦਾ ਘਰ ਮੈਂ ਹਮੇਸ਼ਾ ਕਹਿੰਦੀ ਹੁੰਦੀ ਵੂਵਰਹੈਂਪਟਨ ਕਵੀਆਂ ਦਾ ਘਰ ਜੇ ਕਮਿਊਨਿਟੀ ਦੇਖੋ ਤੇ ਉਹ ਬਹੁਤ ਆ ਐਵਰੀ ਮੰਥ ਹਰ ਇੱਕ ਏਰੀਆ ਵਿੱਚ ਇੱਕ ਗਰੁੱਪ ਹੈਗਾ ਆ ਜਿੱਥੇ ਔਰਤ ਤੇ ਮਰਦ ਦੋਨੇ ਜਾ ਸਕਦੇ ਆ ਪਰ ਸਾਡਾ ਇੱਕ ਅਲੱਗ ਯੂਨੀਕ ਗਰੁੱਪ ਆ ਐਂਡ ਮੇਰਾ ਖਿਆਲ first in England I never heard about it ਮੈਂ ਕਦੀ ਸੁਣਿਆ ਨਹੀਂ that's why ਮੈਂ ਜਾਣਨਾ ਚਾਹੁੰਦੀ ਸੀ ਤਾਂ ਕਿ ਜਿੰਨੇ ਵੀ ਸਾਡੇ ਦਰਸ਼ਕ ਇਸ ਵੇਲੇ ਦੇਖ ਰਹੇ ਆ ਵੀ ਉਹਨਾਂ ਨੂੰ ਵੀ ਦੱਸ ਇਹਨਾਂ ਨੇ ਪਹਿਲਾ ਇੱਕ ਜਿਹੜਾ ਗਰੁੱਪ ਹੈਗਾ ਆ ਲੇਡੀਜ਼ ਵਾਸਤੇ ਖਾਸ ਕਰਕੇ ਸਿਰਫ ਔਰਤਾਂ ਵਾਸਤੇ ਵੀ ਆਪਣੀਆਂ ਫੀਲਿੰਗਸ ਆ ਕੇ ਸ਼ੇਅਰ ਕਰ ਸਕਦੇ ਆ ਕੇ ਆਪਣੇ ਲਫ਼ਜ਼ਾਂ ਦੇ ਰਾਹੀਂ ਜੋ ਵੀ ਉਹ ਫੀਲ ਕਰਦੇ ਉਹਨਾਂ ਜ਼ਿੰਦਗੀ ਦੀ ਜੋ ਵੀ ਸਟੋਰੀ ਆ ਕਹਾਣੀ ਜ਼ਿੰਦਗੀ ਦੀ ਉਹ ਕਿਤਾਬ ਦੇ ਵਿੱਚ ਉਹ ਵੀ ਲਿਖ ਸਕਦੇ ਆ ਤੇ ਉਹ ਜਿਹੜੀ ਇੱਕ ਇਹਨਾਂ ਨੇ ਸੋਚ ਲੈ ਕੇ ਆਏ ਹੈਗੇ ਆ ਮੇਰਾ ਖਿਆਲ ਕਈ ਵਾਰੀ ਇਦਾਂ ਹੁੰਦਾ ਆ ਬਹੁਤ ਅਸੀਂ ਲੇਡੀਜ਼ ਹੁੰਦੀਆਂ ਸਾਰੇ ਮੇਰੇ ਵਰਗੇ ਤੁਹਾਡੇ ਵਰਗੇ ਨਹੀਂ ਹੋਣਗੇ ਜਿਨ੍ਹਾਂ ਦੇ ਕੋਲ ਬਹੁਤ ਦਿਲ ਵਿੱਚ ਗੱਲਾਂ ਹੁੰਦੀਆਂ ਬਹੁਤ ਕੁਝ ਕਹਿਣਾ ਚਾਹੁੰਦੀਆਂ ਕਰਨਾ ਚਾਹੁੰਦੀਆਂ ਲੇਕਿਨ ਉਹਨਾਂ ਦੇ ਕੋਲੋਂ ਕਰ ਨਹੀਂ ਹੁੰਦਾ ਕਈ ਵਾਰੀ ਉਹ ਸ਼ਾਈ ਹੁੰਦੀਆਂ ਜਾਂ ਫੈਮਿਲੀ ਦੀਆਂ ਕੁਝ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹਦੇ ਕਰਕੇ ਅੱਗੇ ਨਹੀਂ ਜਾ ਸਕਦੇ ਪਰ ਜਿਹੜੀ ਜਿੱਦਾਂ ਤੁਸੀਂ ਲੋਕ ਆਪਣੀਆਂ ਲੇਡੀਜ਼ ਨੂੰ ਅੱਗੇ ਲੈ ਕੇ ਆਉਣ ਦਾ ਕਿਹਾ ਹੈਗਾ ਇੱਕ ਸੱਦਾ ਦੇ ਰਹੇ ਹੋ ਤੁਸੀਂ ਸਾਰਿਆਂ ਨੂੰ come and join our group ਤੇ ਤੁਸੀਂ ਇਹਦੇ ਵਿੱਚ ਆ ਕੇ ਤੁਸੀਂ ਜੋ ਆਪਣਾ ਲਿਖਣਾ ਕਰਨਾ ਕਰ ਸਕਦੇ ਹੋ ਇੱਕ ਪੋਇਮ ਦੇ ਰਾਹੀਂ ਪੋਇਟਰੀ ਦੇ ਰਾਹੀਂ ਤੁਸੀਂ ਆਪਣੀਆਂ ਫੀਲਿੰਗਸ ਤੁਸੀਂ ਐਕਸਪਲੇਨ ਕਰਦੇ ਹੋ I think this is really amazing ਬਹੁਤ ਹੀ ਵਧੀਆ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਹੈਗੀ ਗਰੁੱਪ ਬਣਾਇਆ ਹੈਗਾ ਆ ਕੋਈ ਸੋਚਦਾ ਹੈਗਾ ਆ ਨਹੀਂ ਤਾਂ ਅੱਜ ਕੱਲ ਸੈਲਫੀ ਜ਼ਿਆਦਾ ਹੁੰਦੇ ਆ ਵੀ ਮੈਂ ਲਿਖ ਰਿਹਾ ਆ ਮੈਂ ਹੀ ਅੱਗੇ ਵਧਣਾ ਆ ਪਰ ਤੁਸੀਂ ਆਪਣੇ ਨਾਲ ਕਾਫੀ ਜਾਣਿਆਂ ਨੂੰ ਜੋੜਿਆ ਹੈਗਾ ਆ ਤੇ ਕੁਲੀ ਇਹ ਜਿਹੜਾ ਆਈਡੀਆ ਸੀਗਾ ਜਦੋਂ ਤੁਸੀਂ ਇਦਾਂ ਕੀਤਾ ਤੇ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ ਇਸ ਵੇਲੇ ਵੀ ਤੁਹਾਡੇ ਨਾਲ ਲੇਡੀਜ਼ ਜੁੜ ਰਹੀਆਂ ਆ ਕੇ ਹੁਣ ਪਹਿਲਾਂ ਕਦੀ ਤੁਹਾਨੂੰ ਲੱਗਦਾ ਸੀ ਸ਼ਾਇਦ ਤੁਹਾਡੇ ਨਾਲ ਕੋਈ ਤੁਹਾਨੂੰ ਇਗਨੋਰ ਵੀ ਕਰਦਾ ਹੋਵੇਗਾ ਹੁਣ ਤੁਹਾਡਾ ਇੱਕ ਛੋਟਾ ਜਿਹਾ ਗਰੁੱਪ ਬਣ ਗਿਆ ਹੈਗਾ ਆ ਤੁਸੀਂ ਕਿੱਦਾਂ ਫੀਲ ਕਰਦੇ ਹੋ ਆਪਣੇ ਗਰੁੱਪ ਨੂੰ ਦੇਖ ਕੇ I feel very proud ਕਿ ਮੈਂ ਆਪਣਾ ਸ਼ੇਅਰ ਕਰ ਸਕਾਂ ਕਿ I can develop help with the development of the writing ਸੋ ਤੁਸੀਂ ਤੁਹਾਨੂੰ ਚੰਗਾ ਲੱਗਦਾ ਤੇ ਉਹ ਗਰੁੱਪ ਵਿੱਚ ਕੀ ਕਦੀ ਚਾਹ ਪਾਣੀ ਵੀ ਪੀਂਦੇ ਹੋ ਗੌਸਿਪ ਵਗੈਰਾ ਵੀ ਚੱਲਦਾ ਕਦੀ ਸਿਰਫ ਰਾਈਟਿੰਗ ਹੀ ਹੁੰਦੀ ਹੈ ਪਹਿਲੇ ਤਾਂ ਗੌਸਿਪ ਬਹੁਤ ਕਰਦੀਆਂ ਨਾ ਜੀ ਗੱਲਾਂ ਹੱਥੀਆਂ ਨਹੀਂ ਕਰਨ ਨੂੰ and I have to stop you need to write so ਤੁਸੀਂ ਸ਼ਾਊਟ ਕਰ ਦਿੰਦੇ ਹੋ which is really good ਹਾਂ ਨਹੀਂ ਚਾਹੀਦਾ ਹੈ ਬਿਕਾਜ਼ ਜਦੋਂ ਕਹਿੰਦੇ ਨੇ ਹੁੰਦੇ ਚਾਰ ਲੇਡੀਜ਼ ਇਕੱਠੀਆਂ ਹੋ ਕੇ ਬੈਠ ਜਾਣ ਤਾਂ ਡੈਫੀਨਿਟ ਥੋੜਾ ਜਿਹਾ ਗੌਸਿਪ ਤਾਂ ਬਣਦਾ ਹੀ ਹੁੰਦਾ ਵੀ ਹੈਗਾ ਆ ਤੇ ਆਪਾਂ ਆਪਣੀ ਫਰਸਟ੍ਰੇਸ਼ਨ ਵੀ ਕੱਢਣੀ ਹੁੰਦੀ ਮੇਰਾ ਖਿਆਲ ਘਰ ਵਿੱਚ ਕਈ ਵਾਰੀ ਅਸੀਂ ਕੋਈ ਗੱਲ ਨਹੀਂ ਬੋਲ ਸਕਦੇ ਸਮਟਾਈਮਸ ਅਸੀਂ ਬੱਚਿਆਂ ਵੱਲੋਂ ਅਪਸੈਟ ਸਿਲੀ ਗੱਲਾਂ ਹੁੰਦੀਆਂ ਛੋਟੀਆਂ ਪਰ ਕੋਈ ਚਾਹੀਦਾ ਹੁੰਦਾ ਵੀ ਜਿੱਥੇ ਅਸੀਂ ਆਪਣੀ ਫਰਸਟ੍ਰੇਸ਼ਨ ਕੱਢ ਸਕੀਏ ਸੋ ਤੁਸੀਂ ਜਿਹੜਾ ਗਰੁੱਪ ਹੈਗਾ ਉੱਥੇ ਆ ਕੇ ਤੁਸੀਂ ਇਕੱਠੇ ਹੁੰਦੇ ਹੋ ਕਿੰਨੀ ਵਾਰੀ ਇਕੱਠੇ ਹੁੰਦੇ ਹੋ ਸਾਲ ਵਿੱਚ ਮਹੀਨੇ ਵਿੱਚ ਜਾਂ ਕਿੱਦਾਂ ਤੁਹਾਡਾ ਕੀ ਹੁੰਦਾ ਹੈ ਉੱਥੇ ਮੀਟਿੰਗ ਪੁਆਇੰਟ ਕਿੱਦਾਂ ਹੈਗਾ ਆ ਓਕੇ ਅਸੀਂ once a month ਮਿਲਦੇ ਆ ਅਖੀਰਲੇ ਮਤਲਬ ਥਰਸਡੇ ਜਾਂ ਇੱਕ ਦਿਨ ਰੱਖਿਆ ਹੋ ਗਿਆ ਅਸੀਂ ਪਹਿਲਾਂ ਮਿਲਦੇ ਸੀਗੇ ਵੂਵਰਹੈਂਪਟਨ ਲਾਇਬ੍ਰੇਰੀ ਵਿੱਚ ਸੈਂਟਰਲ ਲਾਇਬ੍ਰੇਰੀ ਵਿੱਚ ਤੇ ਉਹਨਾਂ ਨੇ ਸਾਨੂੰ ਕਮਰਾ ਦਿੱਤਾ ਸੀਗਾ ਤੇ ਉੱਥੇ ਅਸੀਂ ਆਪਣਾ ਗਰੁੱਪ ਵਰਕਸ਼ਾਪ ਤਰ੍ਹਾਂ ਚਲਾਉਂਦੇ ਸੀਗੇ ਤੇ ਖੁਲੀ ਨੇ ਮੋਸਟਲੀ ਸਾਨੂੰ ਲੀਡ ਕਰਨਾ ਆ ਸਾਨੂੰ ਟੌਪਿਕ ਤੇ ਨਇਆ ਲਿਖਣ ਨੂੰ ਤੇ ਅਸੀਂ ਉਸ ਟੌਪਿਕ ਤੇ ਲਿਖ ਕੇ ਫਿਰ ਬਾਰ-ਬਾਰ ਸ਼ੇਅਰ ਕਰਨਾ ਆ ਕਿ ਕੀ ਲਿਖਿਆ ਆ ਫਿਰ ਉਹਨੂੰ ਘਰ ਜਾ ਕੇ ਰਿਫਾਈਨ ਕਰਨਾ ਆ ਇੱਕ ਬਿਕਾਜ਼ ਹਰ ਇੱਕ ਪੋਇਟਰੀ ਦੇ ਵੀ ਰੂਲਸ ਹੁੰਦੇ ਆ ਕਿ ਤੁਸੀਂ ਸੋਨੇਟ ਵਿੱਚ ਲਿਖਣਾ ਆ ਜਾਂ ਗਜ਼ਲ ਵਿੱਚ ਲਿਖਣਾ ਆ ਕਿਹੜੇ ਸਟਾਈਲ ਵਿੱਚ ਹਾਸਿਆ ਕਵੀ ਲਿਖਣਾ ਕੁਝ ਕੀ ਲਿਖਣਾ ਉਹ ਜ਼ਰੂਰ ਤੁਹਾਨੂੰ ਮੀਟ ਕਰਨਾ ਪੈਂਦਾ ਹੈ ਬਿਕਾਜ਼ ਅਸੀਂ ਪਬਲਿਸ਼ਡ ਵੀ ਹੈਗੇ ਆ ਸਾਨੂੰ
ਆਨਲਾਈਨ ਪਬਲਿਸ਼ਿੰਗ ਵੀ ਮਿਲੀ Yes, ਆ yeah. ਸਾਨੂੰ ਵਰਕਸ਼ਾਪ ਮਿਲੀ ਸੀਗੀ ਹਾਊ ਟੂ ਰਾਈਟ ਜੈਪਨੀਜ਼ ਪੋਇਟਰੀ ਕਿੱਦਾਂ Oh, ਲਿਖਣੀ ਆ right, okay. ਤੇ ਉਹਦੇ ਵਿੱਚ ਅਸੀਂ ਇੱਕ ਮੇਰਾ ਖਿਆਲ 2 ਘੰਟਿਆਂ ਦੀ ਸਾਨੂੰ ਮਿਲੀ Yeah. ਵਰਕਸ਼ਾਪ ਉਸ ਤੋਂ 3 ਜਾਣਿਆਂ ਨੇ Yeah. ਅਸੀਂ ਇੱਕ ਕਿਤਾਬ ਵਿੱਚ ਸਾਡਾ ਨਾਂ ਛਪਿਆ Yeah. ਐਂਡ ਜਦੋਂ ਰਿਵਿਊਜ਼ ਹੋਏ ਉਸ ਕਿਤਾਬ ਦੇ Yeah. ਤੇ ਸਾਡਾ ਨਾਂ ਦਿੱਤਾ ਗਿਆ ਕਿ Very ਕਿੰਨੀ nice. ਇਫੈਕਟਿਵ Yes, Japanese poetry ਅਸੀਂ ਕੀਤੀ ਹੈ so it's not just about writing Yeah, it's about yeah. following those rules Yeah. to make it effective ਫਿਰ ਕਿਉਂਕਿ writing ਦੀ ਦੁਨੀਆ ਵਿੱਚ ਵੀ Yes. ਉਹ recognition ਹੋਣਾ ਹੋਣੀ ਚਾਹੀਦੀ ਜ਼ਰੂਰੀ ਕਿ ਹੈ, ਤੁਹਾਨੂੰ ਬਹੁਤ ਜ਼ਰੂਰੀ। ਉਸ ਕੋਈ ਜਾਣਦੇ ਆ principles ਵਿੱਚ ਯੈਸ ਤੁਸੀਂ ਲਿਖਦੇ ਆ ਯਾ ਤੇ ਜਦੋਂ ਤੁਸੀਂ ਹੁਣ ਆ ਚੀਜ਼ਾਂ ਇੰਨਾ ਕੁਝ ਕਰ ਰਹੇ ਹੋ ਹੈਗੇ ਆ ਉੱਥੇ ਜਿੱਦਾਂ ਤੁਸੀਂ ਵੀ ਕਿਹਾ ਹੈਗਾ ਤੁਹਾਡਾ ਗਰੁੱਪ ਦਾ ਖੈਰ ਨਾਮ ਵੀ ਇਦਾਂ ਹੀ ਹੈਗਾ ਲੇਡੀਜ਼ ਜ਼ਿਆਦਾ ਹੈਗੀਆਂ ਆ ਸਾਰੀ ਕਮਿਊਨਿਟੀਜ਼ ਜਾਂ ਐਨੀਬਾਡੀ ਕੈਨ ਵੈਲਕਮ ਜਾਂ ਤੁਸੀਂ ਸਿਰਫ ਆਪਣੇ ਏਸ਼ੀਅਨ ਲੇਡੀਜ਼ ਨੂੰ ਹੀ ਫੋਕਸ ਕਰ ਰਹੇ ਹੋ ਕਿ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜਨਾ ਹੈਗਾ ਆ ਅਸੀਂ ਪੰਜਾਬੀ ਔਮਨ ਰਾਈਟਰਸ ਗਰੁੱਪ ਲਿਖਿਆ ਸੋ ਆਲਰੇਡੀ ਉਹ ਫੋਕਸ ਕਾਫੀ ਨੈਰੋ ਹੋ ਜਾਂਦਾ ਹਾਂ, ਹੈ yes, ਪੰਜਾਬੀ ਬਿਕਾਜ਼ ਪੰਜਾਬੀ। ਅਸੀਂ ਜੇ ਏਸ਼ੀਅਨ ਹੁੰਦਾ ਲਿਖਦੇ ਜਾਂ ਸੇ ਇੰਡੀਅਨ ਔਮਨ ਲਿਖਦੇ ਉਹ Yeah. ਕਾਫੀ ਫਿਰ ਵੱਡਾ Yes, ਓਪਨਿੰਗ yeah. ਹੋ ਜਾਂਦੀ Yes, ਹੈ ਨਾ yeah. ਫਿਰ ਉਹ ਸੰਭਾਲਣਾ ਔਖਾ ਔਖਾ ਹੋ ਹੋ ਜਾਂਦਾ ਜਾਣਾ ਸੀ ਉਸ ਇਹਨਾਂ, ਟਾਈਮ ਤੇ yes. ਹੋ ਸਕਦਾ ਕਿ ਫਿਊਚਰ ਵਿੱਚ ਅਸੀਂ ਇੰਡੀਅਨ Yes. ਹੈ ਨਾ ਵੀ ਕਰ ਸਕਦੇ ਹਾਂ ਪੰਜਾਬ ਵਿੱਚ ਪੰਜਾਬ ਨੇ ਹਨਾ ਯੈਸ ਯਾ there's lots of different cultures Yes, in Punjab yeah. ਸਾਰੇ welcome ਨੇ ਯਾ ਐਨੀਬਾਡੀ ਕੈਨ ਵੈਲਕਮ ਜਿੱਦਾਂ ਬਹੁਤ ਵਧੀਆ ਤਰੀਕੇ ਨਾਲ ਕੁਲੀ ਨੇ ਕਿਹਾ ਪੰਜਾਬ 5 ਤੱਤਾਂ ਦਾ ਪੰਜਾਬ ਕਹਿ ਲਓ ਤੇ ਉਹਦੇ ਵਿੱਚ ਸਾਰੇ ਜਾਣੇ ਵੈਲਕਮ ਆ ਮੈਂ ਤਾਂ ਇਹੀ ਉਮੀਦ ਕਰਦੀ ਆ ਆਪਣੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਤੁਹਾਡਾ ਗਰੁੱਪ ਅੱਗੇ ਵਧੇ ਤੇ ਤੁਸੀਂ ਹੋਰ ਵੀ ਡਿਫਰੈਂਟ ਕਮਿਊਨਿਟੀਜ਼ ਵਿੱਚ ਵੀ ਜਾਵੋ ਉਹਨਾਂ ਨੂੰ ਵੀ ਆਪਣੇ ਨਾਲ ਜੋੜੋ ਤੇ ਸਾਰੇ ਜਾਣੇ ਤੁਹਾਡਾ ਸਾਥ ਦੇਣ ਜੋ ਤੁਸੀਂ ਕਰ ਰਹੇ ਹੋ ਮੇਰਾ ਖਿਆਲ ਬਹੁਤ ਹੀ ਅਮੇਜ਼ਿੰਗ ਇਟਸ ਰੀਲੀ ਗੁੱਡ ਵੀ ਆਮ ਤੌਰ ਤੇ ਨਹੀਂ ਤਾਂ ਦੇਖਿਆ ਜਾਂਦਾ ਹੈਗਾ ਆ ਪਹਿਲਾਂ ਤਾਂ ਘਰ ਦੇ ਵੀ ਨਹੀਂ ਤੁਹਾਨੂੰ ਕੁਝ ਇਹੋ ਜਿਹਾ ਕਰਨ ਨਹੀਂ ਦਿੰਦੇ ਹੈਗੇ ਲੇਡੀਜ਼ ਨੂੰ ਅੱਗੇ ਨਹੀਂ ਵਧਣ ਦੇਣਗੇ ਕੁਝ ਕਰਨ ਨਹੀਂ ਦੇਣਗੇ ਪਰ ਜਿਹੜਾ ਇਹ ਤੁਸੀਂ ਕੰਮ ਕਰ ਰਹੇ ਹੈਗੇ ਇੱਕ ਲੇਡੀਜ਼ ਨੂੰ ਵੀ ਇੱਕ ਤੁਸੀਂ ਮੋਟੀਵੇਸ਼ਨ ਦੇ ਰਹੇ ਹੋ ਵੀ ਮੋਟੀਵੇਟ ਕਰ ਰਹੇ ਹੋ ਵੀ ਅੱਗੇ ਵਧੋ ਜੋ ਤੁਹਾਡੀਆਂ ਫੀਲਿੰਗਸ ਹੈਗੀਆਂ ਜੋ ਤੁਸੀਂ ਕਹਿਣਾ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਕਲਮ ਦੇ ਰਾਹੀਂ ਤੁਸੀਂ ਲਿਖ ਸਕਦੇ ਹੋ ਕਰ ਸਕਦੇ ਹੋ ਕਦੀ ਕੋਈ ਐਦਾਂ ਦਾ ਇਨਸੀਡੈਂਟ ਹੋਇਆ ਵੀ ਤੁਸੀਂ ਕੁਝ ਲਿਖ ਰਹੇ ਹੋ ਜਾਂ ਕੁਝ ਕਰ ਰਹੇ ਹੋ ਤੇ ਤੁਸੀਂ ਇਮੋਸ਼ਨਲੀ ਚਾਹੇ ਕਿਸੇ ਦੀ ਸਟੋਰੀ ਹੈ ਪੜ੍ਹ ਰਹੇ ਕੁਝ ਇਮੋਸ਼ਨਲੀ ਤੁਸੀਂ ਇੰਨੇ ਜ਼ਿਆਦਾ ਉਹਦੇ ਨਾਲ ਅਟੈਚ ਹੋ ਜਾਂਦੇ ਤੁਹਾਨੂੰ ਕਦੀ ਕਦੀ ਸਮਝ ਨਹੀਂ ਆਉਂਦਾ ਵਾਟ ਟੂ ਡੂ ਕਿੱਦਾਂ ਆ ਮਤਲਬ ਇਦਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਜਿੱਦਾਂ ਹੁਣ ਤੁਸੀਂ ਸਾਰਿਆਂ ਦੀਆਂ ਬੈਠ ਕੇ ਪੋਇਟਰੀ ਪੜ੍ਹਦੇ ਹੋ ਹੁਣ ਜਿੱਦਾਂ ਫੋਰ ਐਗਜ਼ਾਮਪਲ ਮੇਰੇ ਵਾਸਤੇ ਹੁਣ ਕੁਲੀ ਦੀ ਬਹੁਤ ਇਮੋਸ਼ਨਲ ਰਹੀ ਆ ਸਟੋਰੀ ਜੋ ਮੈਂ ਪੜ੍ਹਿਆ ਸੀਗਾ ਆਈ ਗੋ ਰੀਲੀ ਅਟੈਚ ਤੇ ਇੰਦਾ ਕਦੀ ਹੋਇਆ ਵੀ ਕਿਸੇ ਨੇ ਆਪਣੇ ਲਫ਼ਜ਼ ਲਿਖ ਕੇ ਤੁਹਾਡੇ ਅੱਗੇ ਕੀਤੇ ਤੇ ਤੁਸੀਂ ਬਹੁਤ ਡਿਸਟਰਬ ਵੀ ਹੋਏ ਇਮੋਸ਼ਨਲੀ ਤੁਸੀਂ ਥੋੜਾ ਜਿਹਾ ਹੋਇਆ ਵੀ ਕਦੀ ਸੋਚਿਆ ਨਹੀਂ ਸੀ ਕਿਸੇ ਦੀ ਲਾਈਫ ਵਿੱਚ ਇਦਾਂ ਵੀ ਕੁਝ ਹੋ ਸਕਦਾ all the time I think ਜਿੰਨਾ ਤੁਸੀਂ very Yeah. ਆਪਣੇ ਆਪ ਨੂੰ ਕਰੋ ਤੇ ਉਨਾ ਹੀ ਤੁਸੀਂ ਬੈਟਰ ਪੜ੍ਹ ਸਕਦੇ ਐਂਡ Yeah. ਆਪਣੀ ਰੀਡਿੰਗ ਵਾਈਡ ਰੱਖੋ ਆਈ ਮੀਨ Yes. ਬੈਸਟ ਇਨਫਲੂਐਂਸ ਮੇਰੇ ਨਾਲ ਹੈ ਜੁੜਿਆ ਕਿ ਮੈਂ ਇੱਕ ਅਮਰੀਕਨ ਪੋਇਟ ਐਮਿਲੀ ਡਿਕਿੰਸਨ ਦੀ ਮੈਂ ਨਾਮ ਲੈ ਰਹੀ ਹਾਂ ਓਨਲੀ ਬਿਕਾਜ਼ ਉਹਦੀ ਲਾਈਫ ਕਾਫੀ ਇੰਪੈਕਟਡ ਮੈਨੂੰ ਰਹੀ ਆ ਉਹ ਬਿਹਾਈਂਡ ਕਲੋਜ਼ਡ ਡੋਰਸ ਲਿਖਦੀ ਹੁੰਦੀ ਸੀਗੀ ਕਦੇ ਉਹਦੀ ਕੁਝ ਨਹੀਂ ਉਹਦਾ ਪਬਲਿਸ਼ ਹੋਇਆ ਸੀਗਾ ਐਂਡ ਨਾ ਉਹ ਇੰਨਾ ਬਾਹਰ ਜਾਂਦੀ ਸੀਗੀ ਐਂਡ ਜਦੋਂ ਉਹ ਪੂਰੀ ਹੋਈ ਤੇ ਉਹਦੇ ਰੀਮਸ ਐਂਡ ਰੀਮਸ ਆਫ ਪੇਪਰਸ ਮਿਲੇ ਕਿ ਜੋ ਲਿਖਿਆ ਐਂਡ ਹੁਣ ਉਹ ਕਵੀਆਂ ਦੀ ਦੁਨੀਆ ਤੇ ਕਾਫੀ ਉਹਦਾ ਨਾਂ ਆਇਆ ਐਂਡ ਜਦੋਂ ਸਾਨੂੰ ਕਦੇ ਵੀ ਦੱਸਿਆ ਜਾਂਦਾ ਕਿ ਕਿੱਦਾਂ ਲਿਖਣਾ ਆ ਉਹਦਾ ਨਾਂ ਜ਼ਰੂਰ ਮੈਂਸ਼ਨ ਹੁੰਦਾ ਹੈ ਕਿਉਂਕਿ ਦੇਖੋ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਸਿੱਖ ਕੇ ਨਹੀਂ ਆਉਂਦੇ ਕੋਈ ਨਾ ਕੋਈ ਸਾਡਾ ਵੀ ਆਇਚਲ ਹੁੰਦਾ ਕਿਸੇ ਦੀਆਂ ਗੱਲਾਂ ਸੁਣ ਕੇ ਜਾਂ ਕੁਛ ਸਾਨੂੰ ਜਿੱਥੋਂ ਮੋਟੀਵੇਸ਼ਨ ਮਿਲਦੀ ਪਈ ਓਕੇ ਜੋ ਪਰਸਨ ਕਰ ਸਕਦਾ ਆ ਵਾਈ ਨਾਟ ਮੀ ਮੈਂ ਕਿਉਂ ਨਹੀਂ ਉਹ ਚੀਜ਼ ਕਰ ਸਕਦੀ ਅਸੀਂ ਮਤਲਬ ਮੇਰਾ ਖਿਆਲ ਆ ਮੈਂ ਇਹ ਗੱਲ ਨੂੰ ਬਹੁਤ ਬਿਲੀਵ ਕਰਦੀ ਹਾਂ ਪਰਸਨਲੀ ਵੀ ਜਿਹੜੀਆਂ ਲੇਡੀਜ਼ ਹੁੰਦੀਆਂ ਵੈਸੇ ਵੀ ਦੇ ਮਲਟੀਟਾਸਕ ਪਰਸਨਸ ਆਪਾਂ ਕਾਫੀ ਕੁਝ ਕਰ ਸਕਦੇ ਜੇ ਆਪਾਂ ਇੱਕ ਸੋਚ ਆਪਣੀ ਸਹੀ ਰੱਖੀਏ ਵੀ ਯੈਸ ਮੈਂ ਕਰਨਾ ਹੈਗਾ ਜਾਂ ਨਹੀਂ ਕਰਨਾ ਹੈਗਾ ਜਿੱਦਾਂ ਹੁਣ ਕੁਲੀ ਜੀ ਨੂੰ ਦੇਖ ਲਓ ਤੁਸੀਂ ਆਪਾਂ ਜੇ ਇਹਨਾਂ ਨੂੰ ਦੇਖਦੇ ਆ ਤੁਸੀਂ ਬੰਦਾ ਸੋਚੂਗਾ ਵੀ ਇਹਨਾਂ ਕੋ ਹੈਲਥ ਕੰਡੀਸ਼ਨਸ ਹੈਗੀਆਂ ਜਾਂ ਤੇ ਖੁਦ ਨਹੀਂ ਠੀਕ ਪਏ ਇਹ ਕੀ ਕਰ ਸਕਦੇ ਆ ਜਿਹੜੀਆਂ ਗੱਲਾਂ ਦਾ ਤੁਸੀਂ ਸਾਹਮਣਾ ਵੀ ਕੀਤਾ ਹੈਗਾ ਐਨੀਵੇ ਵੀ ਤੁਹਾਨੂੰ ਇਹ ਚੀਜ਼ਾਂ ਲੋਕ ਅੰਡਰ ਜਿੱਦਾਂ ਕਹਿ ਲੈਂਦੇ ਜਜਮੈਂਟ ਤੁਹਾਨੂੰ ਕਰਦੇ ਸੀਗੇ ਵੀ ਤੁਸੀਂ ਕਿੱਦਾਂ ਇਹ ਚੀਜ਼ ਕਰ ਸਕਦੇ ਇਹਨਾਂ ਨੇ ਉਹ ਚੀਜ਼ਾਂ ਕਰਕੇ ਵੀ ਦਿਖਾਈਆਂ ਅੱਜ ਇੱਕ ਅੱਛੀ ਪੋਸਟ ਤੇ ਵੀ ਆ ਜੌਬ ਤੇ ਵੀ ਆ ਫੈਮਿਲੀ ਆ ਬੱਚੇ ਸਾਰਾ ਕੁਝ ਹੈਗਾ ਆਈ ਥਿੰਕ ਲੇਡੀਜ਼ ਜੇ ਆਪਾਂ ਕੁਝ ਸੋਚੀਏ ਤਾਂ ਆਪਾਂ ਜ਼ਰੂਰ ਕੁਝ ਨਾ ਕੁਝ ਕਰ ਲੈਂਦੇ ਆ ਬਸ ਸਿਰਫ ਇੱਕ ਸੋਚ ਦੀ ਗੱਲ ਹੁੰਦੀ ਆ ਆਪਣੀ ਹਿੰਮਤ ਛੱਡਣੀ ਨਹੀਂ ਚਾਹੀਦੀ ਕਿਸੇ ਗੱਲ ਨੂੰ ਲੈ ਕੇ ਕੁਝ ਵੀ ਤੇ ਕੁਝ ਇਹੋ ਜਿਹਾ ਸੰਤੋਸ਼ ਜੀ ਜਿੱਦਾਂ ਹੁਣ ਆ ਜਿਹੜਾ ਟਾਈਮ ਚੱਲ ਰਿਹਾ ਹੈਗਾ ਆ
ਓਬਵੀਅਸਲੀ ਇਹਦੇ ਵਿੱਚ ਹਾਲੇ ਥੋੜਾ ਜਿਹਾ ਸਟਾਪ ਹੋਇਆ ਸਾਰੀਆਂ ਚੀਜ਼ਾਂ। ਕੁਝ ਐਦਾਂ ਦਾ ਹੈ ਤੁਸੀਂ ਕਿਤੇ ਕੋਈ ਲਾਰਜ ਇਵੈਂਟ ਤੇ ਤੁਸੀਂ ਜਾਂਦੇ ਹੋ ਜਾਂ ਬਿਗ ਸਟੇਜ ਤੇ ਕਦੀ ਤੁਹਾਨੂੰ ਇਨਵੀਟੇਸ਼ਨਸ ਐਦਾਂ ਆਏ ਹੈਗੇ ਆ ਵੀ ਤੁਸੀਂ ਉੱਥੇ ਵੀ ਆਓ, ਤੁਹਾਨੂੰ ਕੋਈ ਬੁਲਾਉਂਦੇ ਹੈਗੇ ਆ? ਹੁਣ ਤੁਸੀਂ ਇੰਨਾ ਤੁਹਾਡਾ ਨਾਮ ਬਣ ਚੁੱਕਾ ਹੈਗਾ ਆ। ਜਿਹੜੇ ਲਿਟਰੇਚਰ ਫੈਸਟੀਵਲਸ ਹੁੰਦੇ ਆ ਨਾ ਐਵਰੀ ਈਅਰ, ਅਸੀਂ ਉੱਥੇ ਪਾਰਟ ਕੀਤਾ ਆ 2 ਹਫ਼ਤੇ ਪਹਿਲਾਂ। ਇੱਕ ਆਇਨ ਬ੍ਰਿਜ ਦਾ ਲਿਟਰੇਚਰ ਫੈਸਟੀਵਲ ਹੋਇਆ ਸੀਗਾ ਤੇ ਉੱਥੇ ਅਸੀਂ ਗਏ ਤੇ ਆਪਣੀ ਪਰਫਾਰਮੈਂਸ ਦਿੱਤੀ ਤੇ ਸਾਨੂੰ ਲੋਕੀ ਦੂਰੋਂ ਦੂਰੋਂ ਸੁਣਨ ਆਏ, ਲੰਡਨ ਤੱਕ ਉਹ ਆਏ ਹੈ ਨਾ। ਤੇ ਫਿਰ ਵੂਵਰਹੈਂਪਟਨ ਇੱਕ ਲਿਟਰੇਚਰ ਫੈਸਟੀਵਲ ਕਰਦਾ ਆ ਐਵਰੀ ਜਨਵਰੀ ਵਿੱਚ। ਹੁਣ ਸਾਡੀ ਤੀਸਰੀ ਪਰਫਾਰਮੈਂਸ ਹੋਣੀ ਆ। ਸਾਨੂੰ ਪਹਿਲਾਂ ਹੀ ਉਹਨਾਂ ਨੇ ਸਲੋਟ ਆਫਰ ਕੀਤਾ ਕਿ ਇਸ ਦਿਨ ਤੁਸੀਂ ਆਣਾ ਹੈ ਤੇ ਸਾਨੂੰ ਪ੍ਰਾਈਮ ਜਗ੍ਹਾ ਮਿਲੂਗੀ। ਐਂਡ ਲੋਕੀ ਆਏ ਲਾਸਟ ਈਅਰ ਵੇਲਸ ਤੋਂ ਵੀ ਆਏ ਸੀਗੇ ਦੇਖ ਸੁਣਨ, ਕਿਉਂਕਿ ਇੱਦਾਂ ਹੈ ਨਾ ਕਿ ਇਸ ਕੰਟਰੀ ਵਿੱਚ ਖਾਸ ਕਰਕੇ ਤੁਹਾਡੇ ਇੰਗਲਿਸ਼ ਸਪੀਕਿੰਗ, ਇੰਗਲਿਸ਼ ਰਾਈਟਿੰਗ ਤਾਂ ਬਹੁਤ ਸੀਗੇ। ਸਾਡਾ ਯੂਨੀਕਨੈਸ ਇਹ ਹੈ ਕਿ ਅਸੀਂ ਪੰਜਾਬੀ ਵੂਮਨ ਹੋ ਕੇ ਆਪਣੇ ਐਕਸਪੀਰੀਐਂਸਿਸ ਇੱਕ ਪੋਇਟਰੀ ਤਰ੍ਹਾਂ ਤੁਸੀਂ ਪੇਸ਼ ਕਰ ਰਹੇ ਹੋ, ਦੱਸਦੇ ਹੈਗੇ ਤੇ ਉਹ ਥੋੜਾ ਉਹਨਾਂ ਨੂੰ ਅਲੱਗ ਕੇ ਵੀ ਹੈਗਾ। ਮੇਰਾ ਖਿਆਲ ਤੁਹਾਨੂੰ ਅਟੈਚ ਵੀ ਜ਼ਿਆਦਾ ਕਰਦਾ ਹੈਗਾ, ਲੋਕਾਂ ਦੇ ਨੂੰ ਤੁਸੀਂ ਆਪਣੇ ਨਾਲ ਜੋੜ ਵੀ ਸਕਦੇ ਹੋ ਉਹ ਚੀਜ਼ ਨੂੰ ਲੈ ਕੇ, ਜਿੱਦਾਂ ਤੁਸੀਂ ਐਕਸਪਲੇਨ ਕਰਦੇ ਹੋ, ਤੁਸੀਂ ਦੱਸਦੇ ਹੋ ਸਾਰਾ ਕੁਝ। ਤੇ ਬਹੁਤ ਜਿਹੜਾ ਹੈਗਾ ਤੁਸੀਂ ਵਧੀਆ ਕਰ ਰਹੇ ਹੋ ਸਾਰਾ ਕੁਝ। ਤੇ ਮੈਨੂੰ ਖਿਆਲ ਮੇਰੇ ਕੋਲ ਲਫ਼ਜ਼ ਵੀ ਨਹੀਂ ਹੈਗੇ ਮੈਂ ਕੁਝ ਤੁਹਾਨੂੰ ਸੱਚੀ ਕਮਾਂ, ਜੋ ਤੁਸੀਂ ਇੱਕ ਚਲਾਇਆ ਹੈਗਾ ਆ, ਇਹਨੂੰ ਚੱਲਦਾ ਰੱਖੋ ਆਪਣੇ ਗਰੁੱਪ ਨੂੰ ਅੱਗੇ ਵੀ। ਮੇਰਾ ਖਿਆਲ ਸ਼ੋਰ ਤੁਹਾਡੇ ਨਾਲ ਬਹੁਤ ਜਾਣੇ ਜੁੜਨਗੇ। ਜਾਣ ਤੋਂ ਪਹਿਲਾਂ ਇਹ ਜ਼ਰੂਰ ਜਾਣਨਾ ਚਾਹੁੰਦੀ, ਕਿੰਨੀਆਂ ਕੁ ਲੇਡੀਜ਼ ਹੁਣ ਤੱਕ ਤੁਹਾਡੇ ਗਰੁੱਪ ਵਿੱਚ ਹੈਗੀਆਂ ਕੁਲੀ ਜੀ? 6-7 ਨੇ। 6-7 ਹੈ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਇਸ ਵੇਲੇ, ਤੇ ਤੁਸੀਂ ਚਾਹੁੰਦੇ ਹੋ ਹੋਰ ਵੀ ਆਣ? ਹਾਂ ਮੈਂ ਤਾਂ ਆਵਾਂਗੀ ਹੁਣ, 7 ਹੋ ਗਏ ਜ਼ਰੂਰ। ਬਿਲਕੁਲ। ਇਹ ਤਾਂ ਸੀਗੀ ਜਿਹੜੀ ਅੱਜ ਕਹਾਣੀ ਜ਼ਿੰਦਗੀ ਦੀ, ਜਿਹੜੀ ਅਸੀਂ ਗੱਲ ਕਰ ਰਹੇ ਸੀ। ਇਹਨਾਂ ਔਰਤਾਂ ਨੇ ਰਲ ਕੇ ਕਿੰਨਾ ਵਧੀਆ ਕੰਮ ਕਰ ਦਿਖਾਇਆ ਕਿ ਤੁਹਾਨੂੰ ਵੀ ਸਾਰੇ ਆਵਾਜ਼ ਮਾਰ ਰਹੇ ਆ। ਜੇਕਰ ਤੁਸੀਂ ਵੀ ਲੇਡੀਜ਼ ਇਹਨਾਂ ਦਾ ਗਰੁੱਪ ਜੁਆਇਨ ਕਰਨਾ ਚਾਹੁੰਦੇ ਜ਼ਰੂਰ ਕਰ ਸਕਦੇ ਹੋ। ਜਾਣ ਤੋਂ ਪਹਿਲਾਂ ਸੰਤੋਸ਼ ਜੀ ਇੱਕ ਮੈਸੇਜ ਜ਼ਰੂਰ ਲੈਣਾ ਚਾਹਾਂਗੀ, ਜਿਹੜਾ ਕਿ ਮੈਂ ਸਭ ਨੂੰ ਪੁੱਛਦੀ ਹਾਂ। ਕੋਈ ਮੈਸੇਜ, ਕੁਝ ਗੱਲ ਤੁਸੀਂ ਸਾਡੇ ਜਿੰਨੇ ਵੀ ਇਸ ਵੇਲੇ ਸੰਗਤ ਟੀਵੀ ਦੇਖ ਰਹੇ ਹੋ, ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰਾ ਇਹੀ ਹੈ, ਇਟ ਡਸਨਟ ਹੈਵ ਟੂ ਬੀ ਕਿ ਤੁਸੀਂ ਔਰਤ ਆ ਜਾਂ ਮਰਦ ਆ, ਜੇ ਕਿਸੇ ਨੂੰ ਵੀ ਕੋਈ